ਨਾ ਇਹ ਵੀ ਜਿਹੜੀ ਰੂਹਾਂ ਹੁੰਦੀਆਂ ਮੰਨ ਕੇ ਚਲੋ ਆਤਮਾਵਾਂ ਰੀਅਲ 'ਚ ਹੁੰਦੀਆਂ ਨੇ, ਅਸਲ 'ਚ ਹੁੰਦੀਆਂ ਨੇ ਜੀ ਆਤਮਾਵਾਂ। ਹਾਂਜੀ, ਅੱਛਾ ਜੀ, ਤੁਸੀਂ ਦੇਖੀਆਂ ਕਦੇ? ਜਦੋਂ ਤੁਸੀਂ ਹਾਂ ਬਿਲਕੁਲ ਦੇਖੋਗੇ ਫਿਰ ਹੀ ਪਤਾ ਲੱਗੂਗਾ ਨਾ ਹਾਂਜੀ ਹਾਂਜੀ ਵੀ ਆਤਮਾਵਾਂ ਹੁੰਦੀਆਂ ਕਿ ਨਹੀਂ ਹੁੰਦੀਆਂ। ਹਾਂਜੀ ਅਸਲ 'ਚ ਤੁਸੀਂ ਜਿਨ੍ਹਾਂ ਨੂੰ ਜਿੰਨ ਕਹਿ ਦਿੰਦੇ ਆ, ਪ੍ਰੇਤ ਕਹਿ ਦਿੰਦੇ ਆ, ਕਚੀਲ ਕਹਿ ਦਿੰਦੇ ਆ, ਆਤਮਾ ਕਹਿ ਦਿੰਦੇ ਆ, ਰੂਹ ਕਹਿ ਦਿੰਦੇ ਆ, ਪ੍ਰਾਣ ਕਹਿ ਦਿੰਦੇ ਆ, ਚੇਤਨਾ ਕਹਿ ਦਿੰਦੇ ਆ, ਇੱਕ ਹੀ ਸੱਤਾ ਨੂੰ ਦਿੱਤੇ ਗਏ ਨੇ ਨਾਮ ਨੇ। ਹਾਂਜੀ ਆਤਮਾ ਇੱਕ ਹੀ ਆ। ਹੁਣ ਇਹਦਾ ਪਤਾ ਕਿਵੇਂ ਲੱਗੇ ਹੈ ਕਿ ਨਹੀਂ ਹੈ? ਇਹਦਾ ਤਾਂ ਹੁਣ ਕੁਝ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਅਨੁਭਵ ਕਰ ਸਕਦੇ ਆ, ਫੇਰ ਪਤਾ ਲੱਗਦਾ। ਹਾਂਜੀ ਕੁਝ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਸਮਝਦੇ ਹੋ ਵੀ ਹਾਂ ਚੀਜ਼ ਹੈਗੀ ਹੈ। ਹਾਂਜੀ ਹੁਣ ਜਿਹੜੀ ਚੀਜ਼ ਸੂਖਸ਼ਮ, ਹੁਣ ਸਾਡੇ ਆਲੇ ਦੁਆਲੇ ਆਕਸੀਜਨ ਆ, ਹਵਾ, ਹਾਂਜੀ ਹੁਣ ਇਹ ਸਾਨੂੰ ਸਾਇੰਸ ਕੀ ਕਹਿੰਦੀ ਹੈ ਵੀ ਹੁੰਦੀ ਹੈ। ਤੁਸੀਂ ਐਂ ਕਰੋ ਮਹਿਸੂਸ ਹੁੰਦੀ ਹੈ ਹਨਾ, ਹਾਂਜੀ ਇਹ ਤਾਂ ਮਹਿਸੂਸ ਕਰ ਲੈਂਦੇ ਵੀ ਹਾਂ ਯਾਰ ਹੈਗੀ, ਹੁੰਦੀ ਵੀ ਤਾਂ ਹੈ ਨਹੀਂ। ਜਿਹੜੀ ਆਤਮਾ ਇਹ ਇੰਨੀ ਸੂਖਸ਼ਮ ਆ, ਅਤੀ ਤੇ ਅਤੀ ਸੂਖਸ਼ਮ ਆ, ਅਣੂ ਤੋਂ ਵੀ ਜ਼ਿਆਦਾ ਸੂਖਸ਼ਮ। ਕਾਰਨ ਕੀ ਆ, ਕਿਵੇਂ ਆ ਵੀ ਆਪਾਂ ਆਤਮਾ ਕਿਵੇਂ ਪਤਾ ਲੱਗਦਾ, ਪ੍ਰੂਫ ਕੀ ਨੇ? ਹੁਣ ਸਾਇੰਸਦਾਨਾਂ ਨੇ ਐਟਮ ਦੀ ਖੋਜ ਕੀਤੀ ਹੈ। ਕਿੰਨਾ ਸੂਖਸ਼ਮ ਆ ਉਹ ਐਟਮ, ਬਹੁਤ ਸੂਖਸ਼ਮ ਆ, ਇਹਨਾਂ ਅੱਖਾਂ ਨਾਲ ਤਾਂ ਦੀਂਦਾ ਹੀ ਨਹੀਂ। ਇਹਨਾਂ ਨੇ ਉਸ ਸੂਖਸ਼ਮ ਅਵਸਥਾ ਨੂੰ ਪਕੜਿਆ ਕਿਵੇਂ? ਜੇ ਖੁਦ ਸੂਖਸ਼ਮ ਨਹੀਂ ਹੈਗੇ ਇੰਨੇ, ਇਹਨਾਂ ਨੂੰ ਕਿਵੇਂ ਨਜ਼ਰ ਆ ਗਿਆ? ਇਹਨਾਂ ਨੇ ਉਹਦੀ ਖੋਜ ਕਿਵੇਂ ਕਰ ਲਈ? ਕਿਉਂਕਿ ਖੁਦ ਬਹੁਤ ਸੂਖਸ਼ਮ ਆ। ਹੁਣ ਚੇਤਨਾ ਖੋਜ ਕਰਦੀ ਹੈ ਕਿ ਜੜ ਚੀਜ਼ ਖੋਜ ਕਰਦੀ ਹੈ? ਖੋਜ ਤਾਂ ਚੇਤਨਾ ਨੇ ਕਰਨੀ ਹੈ, ਜੜ ਨੇ ਥੋੜਾ ਕਰਨੀ ਹੈ। ਹਾਂਜੀ ਦੂਜੀ ਗੱਲ ਆ ਵੀ ਆਤਮਾ ਨੂੰ ਅਨੁਭਵ ਕਿਵੇਂ ਕੀਤਾ ਜਾ ਸਕਦਾ? ਪਹਿਲਾਂ ਤਾਂ ਆਪਣੀ ਸਮਾਨਿਆ ਬੁੱਧੀ, ਜਿਹਨੂੰ ਕਹਿੰਦੇ ਨਾ ਆਪਣੀ ਸਮਾਨਿਆ ਬੁੱਧੀ, ਵੀ ਵਿਹਾਰਿਕ ਬੁੱਧੀ ਨੂੰ ਸਾਰੀਆਂ ਗੱਲਾਂ ਤੋਂ, ਇਹਦੇ ਬਾਰੇ ਗਿਆਨ ਤੋਂ ਅਲੱਗ ਕਰ ਲਓ, ਅਲੱਗਾ ਕਰ ਲਓ, ਤੇ ਆਪਣੇ ਦਿਮਾਗ ਤੋਂ ਸੋਚੋ ਵੀ ਮੈਂ ਕੌਣ ਆ, ਮੈਂ ਕੀ ਆ, ਔਰ ਮਹਿਸੂਸ ਕਰੋ ਅੱਖਾਂ ਬੰਦ ਕਰਕੇ ਵੀ ਜੇ ਮੈਂ ਕੁਝ ਹੈਗਾ ਤਾਂ ਮੈਂ ਕਿੱਥੇ ਕਿ ਮਹਿਸੂਸ ਹੁੰਨਾ, ਕਿੱਥੇ ਬੈਠਾ ਮਹਿਸੂਸ ਹੁੰਨਾ? ਕੰਨ ਤੇ ਮਹਿਸੂਸ ਹੁੰਨਾ, ਗੱਲ ਤੇ ਮਹਿਸੂਸ ਹੁੰਨਾ, ਗਲੇ 'ਚ ਮਹਿਸੂਸ ਹੁੰਨਾ, ਦਿਲ ਵਿੱਚ ਮਹਿਸੂਸ ਹੁੰਨਾ ਕਿ ਨਾਭੀ 'ਚ ਮਹਿਸੂਸ ਹੁੰਨਾ, ਕਿੱਥੇ ਮਹਿਸੂਸ ਹੁੰਨਾ? ਤੁਸੀਂ 15 ਕੁ ਮਿੰਟ ਹੀ ਬਹਿ ਜਾਓ ਅੱਖਾਂ ਬੰਦ ਕਰਕੇ ਔਰ ਆਪਣੇ ਆਪ ਬਾਰੇ ਵਿਚਾਰ ਕਰੋ ਵੀ ਮੈਂ ਕੌਣ ਆ, ਮੈਂ ਕੌਣ ਆ, ਮੈਂ ਕੌਣ ਆ। ਤੁਹਾਨੂੰ ਆਪਣੇ ਆਪ ਤੁਸੀਂ ਕਿੱਥੇ ਆ ਕੇ ਟਿਕ ਜਾਓਗੇ ਜਿੱਥੇ ਆਪਾਂ ਬਿੰਦੀ ਲਾਉਂਦੇ ਵੀ ਮੈਨੂੰ ਲੱਗਦਾ ਮੈਂ ਇੱਥੇ ਜਿਹੀ ਬੈਠਾ। ਹਾਂਜੀ ਨਾ ਤੁਹਾਨੂੰ ਲੱਗੂਗਾ ਮੈਂ ਕੰਨ ਤੇ ਬੈਠਾ, ਨਾ ਮੈਨੂੰ ਲੱਗੂਗਾ ਮੈਂ ਨੱਕ ਤੇ ਬੈਠਾ। ਇੱਥੇ ਕਾਹਤੋਂ ਲੱਗਦਾ? ਪ੍ਰਮਾਣ ਕੀ ਆ ਵੀ ਆਪਾਂ ਇੱਥੇ ਬੈਠੇ ਆ? ਸਥੂਲ ਪ੍ਰਮਾਣ ਕੀ ਆ? ਕਿਉਂਕਿ ਜੇ ਤੁਸੀਂ ਆਤਮਾ ਨਾ ਹੁੰਦੇ, ਤੁਹਾਡਾ ਸਥਾਨ ਇੱਥੇ ਨਾ ਹੁੰਦੇ, ਤੇ ਅੱਖਾਂ ਵੀ ਇੱਥੇ ਨਾ ਹੁੰਦੀਆਂ, ਜਾਂ ਤਾਂ ਇੱਥੇ ਉੱਥੇ ਕਿਤੇ ਵੀ ਹੋ ਸਕਦੀ। ਇੱਥੇ ਹੀ ਕਾਹਤੋਂ ਅੱਖਾਂ ਲੱਗੀਆਂ ਹੋਈਆਂ ਨੇ? ਬਿਲਕੁਲ। ਹੁਣ ਤੁਸੀਂ ਦੇਖੋ ਕੀ ਪ੍ਰਮਾਣ ਆ ਵੀ ਤੁਸੀਂ ਇੱਕ ਆਤਮਾ? ਕਦੇ ਕਦੇ ਇਸ ਤਰ੍ਹਾਂ ਹੁੰਦਾ ਵੀ ਤੁਸੀਂ ਗਹਿਰੇ ਚਿੰਤਨ 'ਚ ਬੈਠੇ ਹੁੰਦੇ ਆ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਤੁਹਾਡੇ ਮੂਹਰੇ ਕੌਣ ਖੜਾ, ਕੌਣ ਗੁਜ਼ਰ ਗਿਆ, ਕੀ ਬੋਲਿਆ। ਜੇ ਤੁਹਾਡੀਆਂ ਅੱਖਾਂ ਹੀ ਦੇਖਦੀ ਹੁੰਦੀਆਂ ਤੁਹਾਨੂੰ ਪਕੜ ਲੈਂਦੀਆਂ। ਬਿਲਕੁਲ। ਪਰ ਜਦੋਂ ਤੁਹਾਨੂੰ ਜਗਾਇਆ ਜਾਂਦਾ ਵੀ ਉਹ ਕੀ ਕਿੱਥੇ ਆ, ਤੇਰਾ ਧਿਆਨ ਕਿੱਥੇ ਆ, ਤੁਸੀਂ ਕਹਿੰਦੇ ਯਾਰ ਮੈਂ ਗਹਿਰੇ ਅਵਸਥਾ 'ਚ ਜਾਂ ਧਿਆਨ 'ਚ ਸੀ, ਕਿਸੇ ਚਿੰਤਾ ਜਾਂ ਚਿੰਤਨ ਵਿੱਚ ਸੀ, ਇਸ ਲਈ ਮੈਨੂੰ ਤੇਰਾ ਪਤਾ ਹੀ ਨਹੀਂ ਲੱਗਿਆ ਤੂੰ ਮੇਰੇ ਮੂਹਰੇ ਖੜਾ। ਕਿਉਂਕਿ ਤੁਸੀਂ ਉਦੋਂ ਅੱਖਾਂ ਵਿੱਚ ਦੀ ਉਧਰ ਨਹੀਂ ਸੀ ਦੇਖ ਰਹੇ, ਤੁਸੀਂ ਆਪਣੇ ਹੀ ਕਿਸੇ ਚਿੰਤਨ ਵਿੱਚ ਵਿਅਸਤ ਸੀ। ਕਈ ਵਾਰੀ ਫੋਰ ਐਗਜ਼ਾਮਪਲ ਡਰਾਈਵਿੰਗ ਕਰਦੇ ਹੁੰਦੇ ਆ ਜੀ, ਉਦੋਂ ਧਿਆਨ ਚਲਾ ਜਾਂਦਾ ਨਾ, ਪਤਾ ਹੀ ਨਹੀਂ ਲੱਗਦਾ, ਐਕਸੀਡੈਂਟ ਹੋ ਜਾਂਦੇ ਆ। ਹਾਂਜੀ ਸਾਰਾ ਕੁਝ ਹੁੰਦਾ ਮੂਹਰੇ, ਪਰ ਆਪਾਂ ਨਹੀਂ ਉੱਥੇ ਹੁੰਦੇ। ਬਿਲਕੁਲ। ਆਪਾਂ ਆਪਣੇ ਹੀ ਕਿਸੇ ਦੁਵਿਧਾ ਵਿੱਚ, ਚਿੰਤਨ ਵਿੱਚ ਖੋਏ ਹੁੰਦੇ ਆ। ਪਤਾ ਲੱਗਦਾ ਨਾ ਵੀ ਮੈਂ ਇੱਕ ਆਤਮਾ। ਬਿਲਕੁਲ। ਹੁਣ ਆਤਮਾ ਦਾ ਤੁਸੀਂ ਵਿਚਾਰ ਕਰਕੇ ਦੇਖੋ ਕਿੱਡੀ ਕੁ ਵੱਡੀ ਹੋ ਸਕਦੀ ਹੈ। ਹੁਣ ਇਹ ਅਤੀ ਸੂਖਸ਼ਮ ਆ, ਜਿਹਨੂੰ ਤੋੜਿਆ ਨਹੀਂ ਜਾ ਸਕਦਾ। ਐਟਮ ਨੂੰ ਤਾਂ ਤੋੜ ਕੇ ਉਹਦੇ 3 ਪਾਰਟ ਹੋ ਗਏ, ਇਲੈਕਟ੍ਰਾਨ, ਪ੍ਰੋਟਾਨ ਔਰ ਨਿਊਟਰਾਨ, ਵਿਚਾਲੇ ਨਿਊਕਲੀਅਸ ਜਿਹਦੇ ਦੁਆਲੇ ਘੁੰਮਦੇ ਆ। ਫਿਰ ਹੁਣ ਇਲੈਕਟ੍ਰਾਨ ਨੂੰ ਨਹੀਂ ਗਾਂਹ ਤੋੜਿਆ ਜਾ ਸਕਦਾ, ਉਹ ਅੰਤਿਮ ਕਾਣਾ ਪ੍ਰਕਾਸ਼ ਦਾ। ਜਿੰਨੇ ਵੀ ਤੁਸੀਂ ਸਥੂਲ ਚੀਜ਼ ਦੇਖ ਰਹੇ ਹੋ, ਮਿੱਟੀ ਦੇਖ ਰਹੇ ਹੋ, ਆਹ ਜੋ ਕੁਝ ਵੀ ਦੇਖ ਰਹੇ ਹੋ, ਇਹ ਅੰਤਿਮ ਰੂਪ ਵਿੱਚ ਪ੍ਰਕਾਸ਼ ਹੀ ਹੈ, ਸਥੂਲ ਬਣਿਆ ਹੋਇਆ। ਇਹ ਜੜ ਸ਼ਕਤੀਆਂ ਨੇ, ਇਹ ਵਿਚਾਰ ਨਹੀਂ ਕਰਦੀਆਂ, ਸੋਚ ਨਹੀਂ ਸਕਦੀਆਂ ਕੀ ਚੰਗਾ ਕੀ ਮਾੜਾ, ਕਿਵੇਂ ਮੈਂ ਬਣੀ, ਕਿਵੇਂ ਮੈਂ ਗੁਆਚੀ। ਤੇ ਜਿਹੜੀ ਆਤਮਾ ਇਹ ਵਿਚਾਰ ਕਰਦੀ ਹੈ। ਜਦੋਂ ਤੁਸੀਂ ਇਹ ਵਿਚਾਰ ਕਰਦੇ ਹੋ ਵੀ ਮੈਂ ਕੌਣ ਆ, ਮੈਂ ਕਿੱਥੋਂ ਆਇਆ, ਮੈਂ ਕਿੱਥੇ ਜਾਣਾ, ਮੇਰੇ ਨਾਲ ਕੀ ਹੋ ਰਿਹਾ, ਚਿੰਤਨ ਚੱਲਦਾ ਰਹਿੰਦਾ ਨਾ। ਇਹਦਾ ਮਤਲਬ ਤੁਸੀਂ ਇਹ ਚਿੰਤਨ ਤੋਂ ਕੀ ਸਾਬਤ ਹੁੰਦਾ ਵੀ ਤੁਸੀਂ ਚੇਤਨ ਹੋ, ਵੀ ਤੁਸੀਂ ਸੋਚ ਵਿਚਾਰ ਕਰਦੇ ਹੋ। ਜੇ ਤੁਸੀਂ ਸਰੀਰ ਹੁੰਦੇ ਤਾਂ ਤੁਸੀਂ ਚਿੰਤਨ ਹੀ ਨਾ ਕਰਦੇ, ਕਿਉਂਕਿ ਤੁਹਾਡਾ ਸਰੀਰ 5 ਭੌਤਿਕ ਤੱਤਾਂ ਤੋਂ ਮਿਲ ਕੇ ਬਣਿਆ ਹੋਇਆ, ਜਿਨ੍ਹਾਂ ਦਾ ਚਿੰਤਨ ਕਰਨ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਸਾਇੰਸਦਾਨਾਂ ਨੇ, ਮੈਡੀਕਲ ਸਾਇੰਸ ਨੇ ਸਾਡੇ ਦਿਮਾਗ ਨੂੰ ਖੰਡ ਖੰਡ ਵੰਡ ਕੇ ਦੇਖ ਲਿਆ ਸਾਰਾ ਕੁਝ। ਉਹ ਕਹਿੰਦੇ ਇਹਦੇ ਵਿੱਚ ਕੋਈ ਇੱਦਾਂ ਦੀ ਚੀਜ਼ ਨਹੀਂ ਜਿਹੜੀ ਚਿੰਤਨ ਕਰਨ ਯੋਗ ਹੋਵੇ। ਹਾਈਡਰੋਜਨ, ਨਾਈਟ੍ਰੋਜਨ ਸਾਡੇ ਦਿਮਾਗ 'ਚ ਭਰਿਆ ਹੋਇਆ।
ਉਹਨਾਂ ਨੂੰ ਤੁਸੀਂ ਬਾਹਰ ਵੀ ਦੇਖਦੇ ਹੋ, ਉਹ ਚਿੰਤਨ ਦੀ ਅਵਸਥਾ ਦੇ ਕੋਈ ਪ੍ਰਤੀਕ ਨਹੀਂ ਹੈਗੇ, ਕੋਈ ਅਵਸਥਾ ਨਹੀਂ, ਕੋਈ ਸੱਤਾ ਨਹੀਂ ਹੈ। ਹਾਂਜੀ ਇਹ ਯਾਦ ਰੱਖੋ। ਹੁਣ ਜਦੋਂ ਤੁਸੀਂ ਕਹਿੰਦੇ ਆ ਵੀ ਪਤਾ ਕਿਵੇਂ ਲੱਗੇ ਮੈਂ ਆਤਮਾ, ਹੁਣ ਬਹੁਤ ਜਨਮ ਸਾਡੇ ਆਪਣੇ ਆਪ ਨੂੰ ਇਹੀ ਸੋਚਦੇ ਸਮਝਦੇ ਨਿਕਲ ਗਏ ਕਿ ਮੈਂ ਇੱਕ ਸਰੀਰ ਹਾਂ, ਮੈਂ ਸਰੀਰ ਹਾਂ। ਜੇ ਤੁਹਾਨੂੰ ਆਤਮਾ ਬਾਰੇ ਕਿਸੇ ਨੇ ਕੁਝ ਦੱਸਿਆ ਵੀ ਤਾਂ ਪ੍ਰਮਾਣਿਕ ਰੀਤੀ ਨਾਲ ਨਹੀਂ ਦੱਸਿਆ ਵੀ ਆਤਮਾ ਦਾ ਸਰੂਪ ਕੀ ਹੈ। ਇਹਦੇ ਬਾਰੇ ਕੁਝ ਸਾਡੇ ਧਾਰਮਿਕ ਗ੍ਰੰਥ ਵੀ ਥੋੜਾ ਇਸ਼ਾਰਾ ਦਿੰਦੇ ਆ, ਜਿਵੇਂ ਸਾਨੂੰ ਬਾਣੀ ਕੀ ਕਹਿੰਦੀ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹਾਂਜੀ ਕਿਉਂਕਿ ਜਿਹੜੀ ਪ੍ਰਕਾਸ਼ ਰੂਪ ਵਿੱਚ ਕੋਈ ਵੀ ਸੱਤਾ ਆਤਮਾ, ਉਹ ਕਦੇ ਗੋਲ ਨਹੀਂ ਹੁੰਦੀ, ਉਹ ਜੋਤ ਸਰੂਪ ਵਿੱਚ ਹੀ ਹੁੰਦੀ ਹੈ, ਅੰਡਾਕਾਰ ਸ਼ੇਪ ਵਿੱਚ ਹੁੰਦੀ ਹੈ। ਕੋਈ ਵੀ ਚੀਜ਼ ਹੈ ਜਿਹੜੀ ਪ੍ਰਕਾਸ਼ ਰੂਪ ਵਿੱਚ, ਉਹ ਗੋਲ ਨਹੀਂ ਹੁੰਦੀ, ਜਿਹੜੀ ਸੁਤੰਤਰ ਰੂਪ ਵਿੱਚ ਜਗਦੀ ਹੈ। ਜਿਵੇਂ ਤੁਸੀਂ ਜੋਤ ਜਗਾ ਲਓ, ਕੈਂਡਲ ਜਗਾ ਲਓ, ਦੀਵਾ ਜਗਾ ਲਓ, ਕੁਝ ਵੀ ਜਗਦੀ ਦੇਖਦੇ ਹੋ, ਉਹ ਗੋਲ ਨਹੀਂ ਅੱਗ ਜਗੂਗੀ, ਪ੍ਰਕਾਸ਼ ਉਹ ਆਪਣੇ ਆਪ ਹੀ ਉੱਦਾਂ ਦਾ ਰੂਪ ਧਾਰਨ ਕਰ ਲੂ। ਕਿਉਂਕਿ ਆਤਮਾ ਵੀ ਅੰਤਿਮ ਰੂਪ ਵਿੱਚ ਇੱਕ ਪ੍ਰਕਾਸ਼ ਦਾ ਕਣੀ ਹੈ, ਚੇਤਨ ਪ੍ਰਕਾਸ਼ ਕਣ ਹੈ, ਵਿਚਾਰ ਕਰਨ ਵਾਲਾ ਹੈ, ਠੀਕ ਹੈ। ਔਰ ਬਹੁਤ ਪਾਵਰਫੁੱਲ ਆ। ਇਹ ਜਦੋਂ ਫਿਰ ਆਪਣੇ ਆਪ ਨੂੰ ਚਿੰਤਨ ਕਰਦੇ ਹੋ ਤੁਸੀਂ, ਉਦੋਂ ਸਮਝ ਲਓ ਵੀ ਤੁਸੀਂ ਕੋਈ ਚੇਤਨ ਸ਼ਕਤੀ ਹੋ, ਜਿਹਨੂੰ ਪ੍ਰਾਣ ਕਿਹਾ ਗਿਆ, ਜਿਹਨੂੰ ਬਾਣੀ ਕਹਿੰਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਆਪਾਂ ਇਹ ਵੀ ਤਾਂ ਕਹਿੰਦੇ ਆ, ਸਾਡੇ ਗੁਰੂ ਜੀ ਜੋਤੀ ਜੋਤ ਸਮਾ ਗਏ, ਕਿ ਮਤਲਬ ਸਾਡੇ ਗੁਰੂ ਜੀ ਵੀ ਜੋਤ ਹੀ ਸੀ ਤੇ ਉਹ ਕਿਸੇ ਹੋਰ ਜੋਤ ਵਿੱਚ ਸਮਾ ਗਏ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਵੀ ਮੈਂ ਵੀ ਜੋਤ ਹਾਂ, ਮੇਰੇ ਗੁਰੂ ਜੀ ਵੀ ਜੋਤ ਸੀ, ਉਹ ਜਿਹਦੇ ਵਿੱਚ ਸਮਾ ਗਏ ਉਹ ਵੀ ਜੋਤ ਸੀ। ਰੌਲਾ ਸਾਰਾ ਜੋਤ ਦਾ। ਯੂਨਾਨ ਦੇ ਮਹਾਨ ਦਾਰਸ਼ਨਿਕ ਸੁਕਰਾਤ ਜੀ ਹੋਏ ਆ, ਉਹ ਕਹਿੰਦੇ ਸੀ ਉਹ ਸਿੱਖਿਆ ਦੀ ਹਰ ਪ੍ਰਣਾਲੀ ਹੀ ਅਧੂਰੀ ਆ, ਖੰਡਿਤ ਆ, ਅਧੂਰੀ ਆ, ਉਹਦਾ ਕੋਈ ਫਾਇਦਾ ਨਹੀਂ ਜਿਹਦੇ ਵਿੱਚ ਸਭ ਦਾ ਗਿਆਨ ਨਹੀਂ, ਮਤਲਬ ਖੁਦ ਦਾ ਗਿਆਨ ਨਹੀਂ। ਉਹ ਸਿੱਖਿਆ ਦੀ ਪ੍ਰਣਾਲੀ ਬੇਅਰਥ, ਉਹਦਾ ਕੋਈ ਮਤਲਬ ਨਹੀਂ, ਕੋਈ ਮੁੱਲ ਨਹੀਂ ਹੋਵੇਗਾ। ਸਭ ਦਾ ਗਿਆਨ ਨਹੀਂ, ਸਭੇ ਦਾ ਗਿਆਨ, ਆਪਣੇ ਆਪ ਦਾ ਗਿਆਨ ਵੀ ਮੈਂ ਕੌਣ ਹਾਂ। ਸਭ ਤੋਂ ਪਹਿਲਾਂ ਤੁਹਾਡਾ ਖੋਜ ਦਾ ਵਿਸ਼ਾ ਇਹ ਸੀ, ਜਿਹਨੂੰ ਕਿ ਆਪਾਂ ਛੱਡ ਗਏ, ਭੁੱਲ ਗਏ। ਇਹਨੂੰ ਜਾਣੇ ਬਿਨਾਂ ਤੁਸੀਂ ਸੱਚ ਨੂੰ ਨਹੀਂ ਜਾਣ ਸਕਦੇ। ਸੱਚ ਕੀ ਹੈ, ਸ੍ਰਿਸ਼ਟੀ ਦੇ ਜਨਮ ਮਰਨ ਦਾ ਅੰਤਿਮ ਸੱਚ ਕੀ ਹੈ, ਦਾ ਲਾਸਟ ਟਰੂਥ ਆਫ ਦਾ ਵਰਲਡ ਕੀ ਹੈ, ਤੁਸੀਂ ਨਹੀਂ ਜਾਣਦੇ। ਜਦ ਤੱਕ ਤੁਸੀਂ ਖੁਦ ਨੂੰ ਨਹੀਂ ਜਾਣਦੇ ਤੁਸੀਂ ਕੌਣ। ਫਿਰ ਜਦੋਂ ਤੁਸੀਂ ਧਿਆਨ ਲਾਉਂਦੇ ਆ, ਤੁਹਾਨੂੰ ਕੋਈ ਬੰਦਾ ਇਦਾਂ ਦਾ ਦੱਸ ਦਿੰਦਾ ਮੇਰੇ ਵਰਗਾ ਵੀ ਤੁਸੀਂ ਇੱਕ ਆਤਮਾ ਚੇਤਨਾ। ਹੁਣ ਤੁਸੀਂ ਅੱਧਾ ਘੰਟਾ ਪੌਣਾ ਘੰਟਾ ਇੱਥੇ ਦਿਮਾਗ ਜਾਣੀ ਤੁਹਾਡੀ ਬੁੱਧੀ ਇੱਥੇ ਲੱਗਣੀ ਚਾਹੀਦੀ ਹੈ, ਮਹਿਸੂਸ ਕਰੋ ਇੱਥੇ। ਜਦੋਂ ਤੁਸੀਂ ਥੋੜ੍ਹੇ ਯੋਗ ਅਭਿਆਸੀ ਬਣ ਜਾਂਦੇ ਹੋ, ਇਸ ਯੋਗ ਅਭਿਅਸਤ ਹੋ ਜਾਂਦੇ ਹੋ, ਫਿਰ ਤੁਹਾਨੂੰ ਆਪਣੇ ਆਪ ਇੱਥੇ ਜਦੋਂ ਤੁਸੀਂ ਆਪਣੀ ਸੋਚ ਨੂੰ, ਵਿਚਾਰ ਨੂੰ ਸੂਖਸ਼ਮ ਬਣਾ ਲੈਂਦੇ ਹੋ, ਤਾਂ ਤੁਹਾਨੂੰ ਸਪਸ਼ਟ ਪਤਾ ਲੱਗਦਾ ਮੈਂ ਇੱਥੇ ਬੈਠਾ ਲੱਗ ਜਾ ਕਰੋ। ਤੇ ਗੁਰੂ ਜੀ ਗੱਲ ਵਿੱਚ ਤੁਹਾਡੀ, ਤੇ ਇੱਕ ਕਈ ਵਾਰ ਦੇਖਦੇ ਹਾਂ ਜਾਗਰਣ ਦੇ ਵਿੱਚ, ਕਈ ਵਾਰੀ ਉਹ ਕਿੱਦਾਂ ਹੁੰਦਾ ਜੀ ਵੀ ਕਈ ਕਹਿੰਦੇ ਮੇਰੇ 'ਚ ਮਾਤਾ ਆ ਗਈ, ਫਲਾਣਾ ਆ ਗਿਆ, ਬਾਬਾ ਆ ਗਿਆ। ਇਹ ਅੱਜ ਕੱਲ੍ਹ ਗੱਲਾਂ ਬਹੁਤ ਚੱਲ ਰਹੀਆਂ ਨੇ। ਇਹਦਾ ਦੇਖੋ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਵੀ ਆਤਮਾ ਤੁਹਾਡੇ ਸਰੀਰ 'ਚ ਪ੍ਰਵੇਸ਼ ਨਹੀਂ ਕਰ ਸਕਦੀ, ਪ੍ਰਵੇਸ਼ ਯੋਗ ਹੈ। ਹੁਣ ਜਿਹੜੀ ਮਾਤਾ ਆ ਗਈ, ਮੇਰੇ 'ਚ ਹਨੂਮਾਨ ਆ ਗਏ, ਇਹ ਉਹ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਕੁਝ ਤਾਂਤਰਿਕ ਲੋਕ ਪਕੜ ਕੇ ਆਪਣੇ ਕਾਬੂ 'ਚ ਕਰਕੇ ਉਹਨਾਂ ਨੂੰ ਸਿੱਧ ਆਤਮਾਵਾਂ ਨੂੰ, ਜਾਂ ਜਿਹੜੇ ਬਹੁਤ ਭਗਤ ਹੁੰਦੇ ਨੇ, ਉਹ ਜਦੋਂ ਸਰੀਰ ਛੱਡ ਜਾਂਦੇ ਨੇ ਆਤਮਾਵਾਂ, ਉਹਨਾਂ ਨੂੰ ਇਹ ਨਾਮ ਮਿਲ ਜਾਂਦੇ। ਕਿਸੇ ਦਾ ਨਾਂ ਦੁਰਗਾ ਮਾਤਾ ਰੱਖਿਆ ਹੋਇਆ, ਉਹਦੇ ਰੂਪ ਵਿੱਚ ਹੀ ਪ੍ਰਸਿੱਧ ਆ, ਹੁਣ ਉਹਨੂੰ ਮੁਕਤੀ ਨਹੀਂ ਮਿਲ ਰਹੀ। ਕੋਈ ਹਨੂਮਾਨ ਦੇ ਰੂਪ 'ਚ ਪ੍ਰਸਿੱਧ ਆ, ਇੱਕ ਹਨੂਮਾਨ ਨਹੀਂ ਇਹ ਆਤਮਾ ਦੇ ਰੂਪ 'ਚ, ਪਤਾ ਨਹੀਂ ਕਿੰਨੀਆਂ ਘੁੰਮ ਰਹੀਆਂ ਨੇ ਵਿਚਾਰੀਆਂ, ਉਹਨਾਂ ਨੂੰ ਮੁਕਤੀ ਨਹੀਂ ਮਿਲਦੀ। ਮੇਰੇ ਵਰਗੇ ਜਿਹੜੇ ਲੋਕ ਨੇ, ਹਾਲਾਂਕਿ ਮੈਂ ਇਸ ਮਾਰਗ ਵਿੱਚ ਜਾਂਦਾ ਨਹੀਂ, ਜਿਹੜੇ ਬਾਬੇ ਬਣ ਜਾਂਦੇ ਨੇ ਔਰ ਰੱਬ ਦੇ ਸ਼ਰੀਕ ਬਣ ਜਾਂਦੇ ਨੇ, ਔਰ ਲੋਕਾਂ ਨੂੰ ਕਹਿੰਦੇ ਆ ਜੀ ਅਸੀਂ ਤੁਹਾਡਾ ਬੈਠੇ ਹਾਂ, ਅਸੀਂ ਦੇਖਾਂਗੇ, ਤੁਹਾਡੇ ਦੁੱਖ ਤੋੜਾਂਗੇ, ਅਸੀਂ ਪਾਪ ਕਟੇਸ਼ਵਰਾ ਮੁਕਤੇਸ਼ਵਰਾ, ਉਹਨਾਂ ਦੀ ਆਪਣੀ ਦੁਰਗਤੀ ਬਾਅਦ 'ਚ ਬਹੁਤ ਹੁੰਦੀ ਹੈ, ਕਿਉਂਕਿ ਜ਼ਿੰਮੇਵਾਰੀਆਂ ਬੜੀਆਂ ਦੀ ਚੁੱਕ ਲੈਂਦੇ ਨੇ। ਮਰਨ ਤੋਂ ਬਾਅਦ ਜਾਮਾ ਮਿਲਦਾ ਕੋਈ ਨਹੀਂ ਵੀ ਹੁਣ ਤੂੰ ਪਹਿਲਾਂ ਤਾਂ ਇਹਨਾਂ ਦਾ ਭਲਾ ਕਰ। ਸਹੀ ਗੱਲ। ਫਿਰ ਉਹ ਰੂਹਾਂ, ਆਤਮਾ ਸਰੀਰ ਤੋਂ ਬਿਨਾਂ ਕਿਸੇ ਕੰਮ ਦੀ ਨਹੀਂ, ਸਰੀਰ ਆਤਮਾ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ, ਫਿਰ ਉਹਨਾਂ ਨੂੰ ਪ੍ਰਵੇਸ਼ ਕਰਨਾ ਪੈਂਦਾ। ਜ਼ਿਆਦਾਤਰ ਲੋਕ ਹੁਣ ਢੋਂਗ ਕਰਨ ਲੱਗ ਗਏ। ਬਿਲਕੁਲ, ਜ਼ਿਆਦਾ ਤਾਂ ਕਈ ਵਾਰ ਜਾਗਰਣ ਦੇ ਵਿੱਚ ਮਿਊਜ਼ਿਕ ਵਗੈਰਾ ਚੱਲਦਾ ਹੁੰਦਾ, ਉਹਦੇ ਕਰਕੇ ਵੀ ਢੋਂਗ ਕਰ ਲੈਂਦੇ। ਉਹ ਮੈਂਟਲੀ ਉਹ ਮਤਲਬ ਨਾ ਇੱਕ ਸਾਈਕੋ ਹੋ ਗਿਆ ਇਹ, ਮਤਲਬ ਉਹਦੇ ਵਿੱਚ ਸਾਈਕੋਲੋਜੀਕਲੀ ਇਫੈਕਟ ਪੈ ਜਾਂਦਾ, ਭਾਵਨਾਵਾਂ 'ਚ ਜਾ ਜਾਂਦੇ ਨੇ। ਇਹ ਮਾਨਸਿਕ ਬਿਮਾਰੀਆਂ ਵੀ ਨੇ ਵੀ ਮੇਰੇ 'ਚ ਕੋਈ ਸ਼ਕਤੀ ਆ ਗਈ, ਵੀ ਆਤਮਾ ਆ ਗਈ। ਪਰ ਜਦੋਂ ਇੱਦਾਂ ਦੀ ਕੋਈ ਰੂਹ ਆਉਂਦੀ ਹੈ ਨਾ, ਫਿਰ ਇੱਦਾਂ ਦੀਆਂ ਕੁਝ ਗੱਲਾਂ ਦੱਸ ਜਾਂਦੀਆਂ ਜਿਨ੍ਹਾਂ ਤੇ ਹੈਰਾਨੀ ਹੁੰਦੀ ਹੈ, ਇਹਨੂੰ ਕਿਵੇਂ ਪਤਾ ਸੱਚ। ਹਾਂਜੀ, ਸਮਝ ਲਓ ਕਿ ਕੋਈ ਰੂਹ ਆਈ ਸੀ, ਚਲੇ, ਔਰ ਉਹਦੀ ਪ੍ਰਵੇਸ਼ਤਾ ਫਿਰ ਜ਼ਿਆਦਾ ਸਮਾਂ ਨਹੀਂ ਹੁੰਦੀ, ਕੁਝ ਸਮੇਂ ਲਈ ਹੁੰਦੇ, ਚਲੇ ਜਾਂਦੇ। ਸੱਚ ਸੁਣਿਆ ਜੀ, ਦੱਸ ਜਾਂਦੇ ਵੀ ਘਰ ਬਾਰੇ ਵੀ ਦੱਸ ਜਾਂਦੇ, ਗਾਂ ਬਾਰੇ ਵੀ ਦੱਸ ਜਾਂਦੇ। ਉਹ ਸਭ ਤੋਂ ਵੱਡਾ ਪ੍ਰਮਾਣ ਆਤਮਾ ਦਾ ਕੀ ਹੈ?
ਹੁਣ ਸਾਇੰਸ ਵੀ ਮੰਨਣ ਲੱਗ ਗਈ ਹੈ, ਪਰ ਇਹ ਤੇ ਪਰਦਾ ਪਾ ਦਿੱਤਾ ਜਾਂਦਾ ਕਿਉਂਕਿ ਉਹਨਾਂ ਦੇ ਫਿਰ ਆਪਣੇ ਧੰਦੇ ਜਾਂ ਆਪਣਾ ਨਾਮ ਬਦਨਾਮ ਹੁੰਦਾ। ਕਿਉਂਕਿ ਜਿਸ ਚੀਜ਼ ਨੂੰ ਤੁਸੀਂ ਸਦੀਆਂ ਤੋਂ ਇਨਕਾਰ ਕਰਦੇ ਆਏ ਹੋ ਉਹਨੂੰ ਹੁਣ ਤੁਸੀਂ ਕਿਵੇਂ ਸਵੀਕਾਰ ਕਰੋਗੇ ਇੱਕਦਮ? ਉਹ ਕੀ ਘਟਨਾਵਾਂ ਘਟੀ ਹੈ, ਹਜ਼ਾਰਾਂ ਹੀ ਕੇਸ ਹੋ ਗਏ ਆ ਜਦੋਂ 2 ਜਾਂ 1.5 ਸਾਲ ਦਾ ਬੱਚਾ ਹੁੰਦਾ ਉਹਨੂੰ ਆਪਣਾ ਪਿਛਲਾ ਜੀਵਨ ਯਾਦ ਆ ਜਾਂਦਾ। ਉਹ ਫਿਰ ਕੱਲੀ ਜਾ ਕੇ ਘਟਨਾ ਦੱਸਦਾ ਇਹ ਮੇਰੀ ਪਤਨੀ ਸੀ, ਆ ਮੇਰੇ ਬੱਚੇ ਸੀ, ਇਹਦੇ ਨਾਲ ਮੇਰਾ ਉਧਾਰ ਚੱਲਦਾ ਸੀ, ਇਹਨੂੰ ਮੈਂ ਇੰਨੇ ਰੁਪਈਏ ਦੇਣੇ, ਇਹਨੂੰ ਤੋਂ ਇੰਨੇ ਲੈਣੇ, ਆ ਮੇਰੀ ਪ੍ਰਾਪਰਟੀ ਸੀ, ਆ ਮੇਰੀ ਛੁਪਾ ਕੇ ਰੱਖੀ ਹੋਈ ਗੱਲਾਂ ਨੇ, ਇਹ ਚੀਜ਼ਾਂ ਨੇ, ਸਭ ਕੁਝ ਦੱਸਦਾ। ਬੱਚੇ ਨੂੰ ਇੰਨਾ ਟ੍ਰੇਨਡ ਨਹੀਂ ਕੀਤਾ ਜਾ ਸਕਦਾ। ਸਾਇੰਸ ਨੇ ਜਦੋਂ ਇਹ 'ਤੇ ਐਨਾਲਿਸਿਸ ਕੀਤਾ, ਸ਼ੋਧ ਕੀਤੀ, ਸਰਵੇ ਕੀਤਾ, ਉਹਨਾਂ ਨੂੰ ਪਤਾ ਲੱਗਿਆ ਵੀ ਬੱਚਾ ਕੋਈ ਘਟਨਾ ਘਟ ਰਹੀ ਹੈ। ਬਿਲਕੁਲ। ਪਰ ਸਾਇੰਸ ਨੇ ਉਹਨੂੰ ਉਸ ਰੂਪ ਵਿੱਚ ਲੋਕਾਂ ਨੂੰ ਦੱਸਿਆ ਨਹੀਂ ਹੈ ਵੀ ਇਹ ਹੁਣ ਇਹ ਮੰਨਦੀ ਹੈ ਸਾਇੰਸ ਵੀ ਇਹ 'ਚ ਕੋਈ ਚੇਤਨਾ ਹੁੰਦੀ ਹੈ। ਤੀਸਰੀ ਗੱਲ ਇਹ ਵੀ ਯਾਦ ਰੱਖੋ ਵੀ ਜਿਹੜਾ ਤੁਹਾਡਾ ਸਰੀਰ ਆ, ਸਾਇੰਸ ਕਹਿੰਦੀ ਹੈ, ਮੈਡੀਕਲ ਸਾਇੰਸ, ਜਿਹੜਾ ਤੁਹਾਡਾ ਸਰੀਰ ਆ, ਤੁਹਾਡਾ ਨੱਕ, ਸ਼ਿਖ, ਚਰ, ਤੁਹਾਡੀਆਂ ਮਾਸਪੇਸ਼ੀਆਂ, ਤੁਹਾਡੇ ਅੰਦਰ ਜਿਹੜੇ 5 ਭੌਤਿਕ ਤੱਤ ਨੇ, ਸੈੱਲ ਨੇ, ਇਹ 4 ਸਾਲਾਂ 'ਚ ਸਾਰੇ ਦੇ ਸਾਰੇ ਵਿਲੀਨ ਹੋ ਜਾਂਦੇ, ਉਹਨਾਂ ਦੀ ਜਗ੍ਹਾ ਨਵੇਂ ਬਣ ਜਾਂਦੇ। ਜਿਹੜੇ ਕਿ ਤੁਸੀਂ ਅੱਜ ਹੋ, ਜਿੱਦਾਂ ਦਾ ਤੁਸੀਂ ਅੱਜ ਜਿਹੜੇ ਤੱਤ ਤੁਹਾਡੇ ਵਿੱਚ ਹੈਗੇ ਨੇ, ਜਦੋਂ ਤੁਸੀਂ ਸਾਹ ਲੈਂਦੇ 10 ਸਕੁਅਰ ਬਾਈ 10 ਨਾਲ 22 ਸ਼ੂਨਿਆਂ ਹੋਰ ਲਾ ਦਿਓ, ਇੰਨੇ ਪ੍ਰਾਣ ਬਾਜੂ ਤੁਸੀਂ ਬਾਹਰ ਕੱਢਦੇ ਹੋ, ਇੰਨੇ ਤੁਸੀਂ ਲੈਂਦੇ ਹੋ ਲਗਭਗ। ਉਹਦੇ ਨਾਲ ਤੁਹਾਡੀਆਂ ਕੋਸ਼ਿਕਾਵਾਂ ਨਵੀਆਂ ਬਣਦੀਆਂ ਵੀ ਨੇ ਤੇ ਮਰੀਆਂ ਹੋਈਆਂ ਨਿਕਲਦੀਆਂ ਨੇ, ਤੇ 4 ਸਾਲਾਂ 'ਚ ਤੁਹਾਡਾ ਜਿਹੜਾ ਅੱਜ ਸਰੀਰ ਆ ਇਹ ਨਹੀਂ ਹੋਊਗਾ, ਇਹਦੀ ਜਗ੍ਹਾ ਤੇ ਨਵਾਂ ਆਇਆ ਹੋਊਗਾ। ਯਾਨੀ ਬਿਮਾਰ ਕੋਸ਼ਿਕਾਵਾਂ ਗਾਂ ਹੌਲੀ ਹੌਲੀ ਬਿਮਾਰ ਕੋਸ਼ਿਕਾਵਾਂ ਨੂੰ ਜਨਮ ਦਿੰਦੀਆਂ ਨੇ, ਇਸ ਲਈ ਅਸੀਂ ਬੁੱਢੇ ਹੁੰਦੇ ਜਾਂਦੇ। ਪਰ ਸਾਇੰਸ ਇਹ ਸੋਚਣ ਤੇ ਮਜਬੂਰ ਹੋ ਗਈ ਵੀ 4 ਸਾਲਾਂ 'ਚ ਸਾਡਾ ਦਿਮਾਗ ਸਾਰਾ ਕੁਛ, ਜਿਹਨੂੰ ਅਸੀਂ ਕਹਿੰਦੇ ਆ ਵੀ ਇਹ ਉਹ ਤੰਤੂ ਨੇ ਦਿਮਾਗ ਵਿੱਚ ਜਿਹੜੇ ਯਾਦਾਂ ਨੂੰ ਸੰਗ੍ਰਹਿਤ ਰੱਖਣ ਦਾ ਕੰਮ ਕਰਦੇ ਨੇ, ਇੱਕ ਤਰ੍ਹਾਂ ਦੀ ਬੈਂਕ ਦਾ ਕੰਮ ਕਰਦੇ ਨੇ। ਜੋ ਆਪਾਂ ਸੋਚਦੇ ਹਾਂ ਇੱਥੇ ਕਿਤੇ ਵਿੱਚ ਤੰਤੂਆਂ 'ਚ ਜਮ੍ਹਾਂ ਹੋ ਜਾਂਦਾ ਵੀ ਉਹ ਤਾਂ ਬਦਲ ਜਾਂਦੇ ਨੇ 4 ਸਾਲਾਂ 'ਚ। ਪਰ ਜਿਵੇਂ ਜਿਵੇਂ ਅਸੀਂ ਬੁੱਢੇ ਹੁੰਦੇ ਜਾਂਦੇ, ਸਾਡਾ ਗਿਆਨ ਵੱਧਦਾ ਜਾਂਦਾ ਤੇ ਸਰੀਰ ਸਾਡਾ ਕਸ਼ੀਣ ਹੁੰਦਾ ਜਾਂਦਾ। ਇੱਥੇ ਆ ਕੇ ਸਾਇੰਸ ਵਾਲੇ ਫਸ ਗਏ। ਦੂਜੇ ਕਿੱਥੇ ਫਸੇ? ਆ ਜਿਹੜੇ ਬੱਚਿਆਂ ਦੀਆਂ ਘਟਨਾਵਾਂ ਹੋਈਆਂ ਨੇ, ਪਰ ਸਾਨੂੰ ਦੱਸਦੇ ਨਹੀਂ ਨਾ ਇਹ, ਇਹਨਾਂ ਦੀ ਦੁਕਾਨਾਂ ਬੰਦ ਹੁੰਦੀਆਂ। ਬਿਲਕੁਲ। ਇਹਨਾਂ ਤੇ ਤੁਸੀਂ ਵਿਚਾਰ ਕਰਿਆ ਕਰੋ ਵੀ ਤੁਸੀਂ ਕੀ ਡਾਰਵਿਨ ਦੇ ਵਿਕਾਸਵਾਦ ਦੇ ਸਿਧਾਂਤ ਅਨੁਸਾਰ ਵਿਕਸਿਤ ਹੋ ਕੇ ਬਣੇ ਹੋ 9 ਅਰਬ ਸਾਲਾਂ ਵਿੱਚ ਜਾਂ 9 ਮਹੀਨਿਆਂ ਵਿੱਚ ਗਰਭ ਵਿੱਚ ਵਿਕਸਿਤ ਹੋ ਕੇ ਬਣੇ ਹੋ ਤੁਹਾਡਾ ਸਰੀਰ? ਕਿਉਂਕਿ ਆਤਮਾ ਤਾਂ ਨਾ ਵਿਕਸਿਤ ਹੁੰਦੀ ਹੈ ਨਾ ਵਿਗੜਦੀ ਹੈ। ਆਤਮਾ ਦਾ ਕੋਈ ਖੁਰਾਕ ਗਿਆਨ ਹੈ। ਸਰੀਰ ਦੀ ਖੁਰਾਕ ਜਿਵੇਂ ਭੋਜਨ, ਫਲ ਫਰੂਟ ਨੇ, ਆਤਮਾ ਦਾ ਖੁਰਾਕ ਕੀ ਆ? ਗਿਆਨ। ਗਿਆਨ ਨਾਲ ਸੂਝੀ ਹੁੰਦੀ ਵੀ ਮੈਂ ਕੌਣ ਹਾਂ। ਕਿਉਂਕਿ ਆਪਾਂ ਜ਼ਿਆਦਾਤਰ ਸਾਡੀ ਜਿਹੜੀ ਦ੍ਰਿਸ਼ਟੀ ਉਹ ਦੈਹਿਕ ਹੋ ਜਾਂਦੀ ਹੈ। ਆਪਣੇ ਆਪ ਨੂੰ ਸਰੀਰ ਸਮਝਦੇ ਆਪਾਂ ਆਪਣੇ ਆਪ ਨੂੰ ਹੀ ਭੁੱਲ ਗਏ ਕਿ ਮੈਂ ਇੱਕ ਆਤਮਾ। ਸਾਡੀ ਨਾ ਸੋਚ ਆਤਮਿਕ ਰਹੀ, ਨਾ ਸਾਡੀ ਦ੍ਰਿਸ਼ਟੀ ਆਤਮਿਕ ਰਹੀ। ਆਪਾਂ ਆਤਮਾ ਨੂੰ ਵੀ ਭੁੱਲੇ, ਪਰਮ ਆਤਮਾ ਨੂੰ ਵੀ ਭੁੱਲੇ। ਠੀਕ ਹੈ। ਹੋਰ ਬੜੇ ਪ੍ਰਮਾਣ ਵੀ ਕਈ ਵਾਰ ਬੰਦਾ ਕੰਮ ਹੁੰਦਾ ਨਾ, ਜਦੋਂ ਵੀ ਕੁਛ ਯਾਦ ਹੁੰਦਾ, ਅੱਗੋਂ ਅਗਲਾ ਬੰਦਾ ਸਹੀ ਕਹਿ ਦਿੰਦਾ ਜੀ ਆਹ ਹੀ ਗੱਲ ਹੈ ਜੀ, ਉਸ ਬੰਦੇ ਦੇ ਮਨ 'ਚ ਹੁੰਦੀ ਉਹ ਗੱਲ ਤੇ ਅੱਗੋਂ ਬੰਦਾ ਕਹਿ ਦਿੰਦਾ ਜੀ। ਕਈ ਵਾਰ ਹੁੰਦਾ। ਹਾਂਜੀ, ਇਹ ਜਿਹੜੀਆਂ ਚੀਜ਼ਾਂ ਨੇ ਨਾ, ਕੁਛ ਤੁਹਾਡੇ ਅੰਦਰ ਸਾਤਵਿਕਤਾ ਵੀ ਤਾਂ ਹੁੰਦੀ ਆ। ਆਪਾਂ ਇਹ ਨਹੀਂ ਕਹਿ ਸਕਦੇ ਵੀ ਬੰਦਾ ਪੂਰੇ ਹੁਣ ਪਾਪੀ ਅਪਰਾਧੀ ਹੋ ਗਿਆ। ਇਹ ਜਿਹੜੀਆਂ ਅਲੌਕਿਕ ਸ਼ਕਤੀਆਂ ਹੁੰਦੀਆਂ ਨੇ ਸਾਡੇ ਅੰਦਰ, ਇਹ ਫਿਰ ਕੈਚ ਕਰ ਜਾਂਦੀਆਂ ਨੇ ਇੱਕ ਦੂਜੇ ਨੂੰ ਜਦੋਂ ਬਰਾਬਰ ਦਾ ਬੰਦਾ ਮਿਲਦਾ। ਜਿਵੇਂ ਹੁਣ ਤੁਸੀਂ ਕਹੀ ਜਾਂਦੇ ਸੀ, ਮੈਂ ਰਿਸ਼ੀ ਜੀ ਆਹ ਗੱਲ ਸੋਚ ਰਿਹਾ ਸੀ, ਪਤਾ ਨਹੀਂ ਕਿੱਦਾਂ ਦੀ ਕੋਈ ਗੱਲ ਆਈ ਕਿ ਤੁਸੀਂ ਉਹੀ ਗੱਲ ਕਹਿਤੀ। ਇਹ ਇੱਕ ਸੰਯੋਗ ਵੀ ਹੋ ਸਕਦਾ ਕਿ ਕੋਈ ਤੁਹਾਡੀ ਤਰੰਗ ਮੇਰੇ ਤੱਕ ਪਹੁੰਚੀ, ਕਿਉਂਕਿ ਮਨ ਤੋਂ ਕੀਤੀ ਗੱਲ ਮਨ ਨਾਲ ਆ ਕੇ ਅਟੈਚ ਜ਼ਰੂਰ ਹੁੰਦੀ। ਸਹੀ ਗੱਲ ਹੈ। ਪਹਿਲਾਂ ਕਿਹੜਾ ਫੋਨ ਵਗੈਰਾ ਕੋਈ ਹੁੰਦੇ ਸੀ? ਫੋਨ ਨਹੀਂ ਹੁੰਦੇ ਸੀ, ਪਰ ਪਤਾ ਲੱਗ ਜਾਂਦਾ ਕੋਹਾਂ ਦੂਰ ਬੈਠੇ ਵੀ ਔਰ ਬੰਦਾ ਮੈਨੂੰ ਯਾਦ ਕਰਦਾ। ਸਤਯੁਗ 'ਚ ਇਦਾਂ ਹੀ ਉਹ ਤੁਹਾਡੀ ਸਾਤਵਿਕ ਪ੍ਰਵਿਰਤੀ ਸੀ। ਜਦੋਂ ਇਹ ਗੱਲਾਂ ਹੁੰਦੀਆਂ ਸੀ, ਮਾਨਸਿਕ ਰੂਪ ਵਿੱਚ ਗੱਲਾਂ ਹੁੰਦੀਆਂ ਤੁਹਾਡੀਆਂ। ਜਦੋਂ ਸਾਡੀ ਸਾਤਵਿਕ ਪ੍ਰਵਿਰਤੀ ਰਾਜਸਿਕ ਹੋ ਗਈ, ਫਿਰ ਤਾਮਸਿਕ ਹੋ ਗਈ, ਇਹ ਚੀਜ਼ਾਂ ਸਾਡੇ ਚੋਂ ਨਿਕਲ ਜਾਂਦੀਆਂ। ਜਦ ਆਪਣੇ ਆਪ ਨੂੰ ਸਿਰਫ ਮੰਨੀ ਸਰੀਰ ਬੈਠੇ ਆ, ਫਿਰ ਉਹ ਮਾਨਸਿਕ ਸਾਡੀਆਂ ਜਿਹੜੀਆਂ ਲੈਣੇ ਦੇਣੇ ਸੀ ਉਹ ਕਿਵੇਂ ਰਹਿ ਜਾਣਗੇ? ਆਪਾਂ ਤਾਂ ਮਨ ਦੀ ਵੀ ਡੈਫੀਨੇਸ਼ਨ ਨਹੀਂ ਭੁੱਲ ਗਏ ਵੀ ਮਨ ਕੀ ਹੁੰਦਾ। ਉਹ ਵੀ ਸਾਡੇ ਨਹੀਂ ਯਾਦ ਰਹੇ। ਜਿਹੜੀ ਕਿ ਸਾਡੀ ਮਨਨ ਕਰਨ ਦੀ ਸ਼ਕਤੀ ਦਾ ਨਾਮ ਆ, ਉਹਨੂੰ ਮਨ ਕਹਿੰਦੇ ਆ। ਔਰ ਜਿਹੜੀ ਸਾਡੀ ਫੈਸਲਾ ਕਰਨ ਦੀ ਸ਼ਕਤੀ ਹੈ ਸਾਡੇ ਵਿੱਚ, ਉਹਨੂੰ ਬੁੱਧੀ ਕਹਿੰਦੇ ਆ। ਜਿਹੜੀ ਕਾਰਿਆ ਕਰਨ ਦੀ ਸ਼ਕਤੀ ਦਾ ਨਾਮ, ਉਹਨੂੰ ਸੰਸਕਾਰ ਕਹਿੰਦੇ। ਇਹ ਭੁੱਲ ਚੁੱਕੇ ਹਾਂ ਅਸੀਂ। ਇਹ ਵੀ ਭੁੱਲ ਚੁੱਕੇ ਵੀ ਮੈਂ ਅਕਾਲ ਤਖਤ ਨਸ਼ੀਨ ਆਤਮਾ ਔਰ ਮੇਰਾ ਆਹ ਸਥਾਨ ਆ, ਇੱਥੇ ਬੈਠਦੀਆਂ ਨੇ। ਮਨ ਮੰਤਰੀ ਆ। ਮੇਰਾ ਜਿਹੜਾ ਮਨਨ ਆ ਉਹ ਮੇਰਾ ਇੱਕ ਤਰ੍ਹਾਂ ਨਾਲ ਮੰਤਰੀ ਆ। ਉਹਨੂੰ ਮੈਂ ਤਦ ਹੀ ਸਹੀ ਫੈਸਲਾ ਕਰ ਸਕਦੀ ਹਾਂ ਜੇ ਮੈਂ ਸਾਤਵਿਕ ਆ, ਮੇਰੀ ਪ੍ਰਵਿਰਤੀ ਸਾਤਵਿਕ ਆ, ਮੈਂ ਸੱਚ ਨੂੰ ਸੁਣਿਆ ਹੋਇਆ, ਮੈਂ ਸੱਚ ਨੂੰ ਜਾਣਦਾ। ਇਹ ਅਭਿਆਸ ਕਰਨੇ ਪੈਂਦੇ ਨੇ, ਯੋਗ ਲਾਉਣੇ ਪੈਂਦੇ ਨੇ, ਸੁਣਨਾ ਪੈਂਦਾ, ਪਤਾ ਲੱਗ ਜਾਂਦਾ ਸਾਰਾ। ਇਹਦੀ ਕਿਹੜੀ ਗੱਲ ਆ ਕਿ ਆਪਾਂ ਸੱਚ ਨੂੰ ਨਹੀਂ ਜਾਣ ਸਕਦੇ? ਸੱਚ ਨੂੰ ਜਾਣਨਾ ਤੁਹਾਡਾ ਜਨਮ ਸਿੱਧ ਅਧਿਕਾਰ। ਧੰਨਵਾਦ। ਅਜੇ ਤੇ